अपने एक सदस्य नाल जुड़े हाँ अपने फैमिली ਦੇ ਨਾਲ ਹੀ ਜਿਹੜੇ ਕਿ ਸਾਡੇ ਭੁਪਿੰਦਰ ਜੱਸੀ ਜੀ ਹੈਗੇ ਆ ਪੇਸ਼ੈਂਟ ਤੁਸੀਂ ਦੇਖ ਰਹੇ ਹੈਗੇ ਆ ਇਹ ਵੀ ਸਾਡੇ ਨਾਲ ਰੈਗੂਲਰ ਬਹੁਤ ਟਾਈਮ ਤੋਂ ਜੁੜੇ ਆ ਨੈਚੁਰੋਪੈਥੀ ਦੇ ਨਾਲ ਤੇ ਅੱਜ ਟਾਵਰ ਐਨਕਲੇਵ ਜਲੰਧਰ ਤੋਂ ਸਾਡੇ ਨਾਲ ਹਿੱਸਾ ਬਣੇ ਆ ਸਾਡੇ ਦਾ ਹਰਬਲ ਅਰਥ ਦਾ ਤੇ ਇਹਨਾਂ ਨੂੰ ਵੀ ਬਹੁਤ ਸਾਰੀਆਂ ਪ੍ਰੋਬਲਮਸ ਰਹੀਆਂ ਹੈਗੀਆਂ ਆ ਅੱਜ ਤੋਂ ਕੁਝ ਟਾਈਮ ਪਹਿਲਾਂ ਤੇ ਆਪਾਂ ਇਹਨਾਂ ਤੋਂ ਹੀ ਜਾਣਦੇ ਆ ਕਿ ਕਿੰਨੇ ਟਾਈਮ ਪਹਿਲਾਂ ਤੋਂ ਇਹਨਾਂ ਨੂੰ ਕੀ ਪ੍ਰੋਬਲਮਸ ਰਹੀਆਂ ਹੈਗੀਆਂ ਆ ਤੇ ਆਪਾਂ ਸਟਾਰਟ ਕਰਦੇ ਹਾਂ। ਹਾਂਜੀ ਭੁਪਿੰਦਰ ਜੱਸੀ ਜੀ ਵੈਲਕਮ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਕਿਹੜੀਆਂ ਪ੍ਰੋਬਲਮਸ ਰਹੀਆਂ ਹੈਗੀਆਂ ਤੇ ਕਿੰਨੇ ਟਾਈਮ ਪਹਿਲਾਂ ਤੋਂ ਇਹ ਸ਼ੁਰੂਆਤ ਹੋਈ ਹੈਗੀ? ਮੈਨੂੰ ਸਭ ਤੋਂ ਵੱਡੀ ਪ੍ਰੋਬਲਮ ਡਾਇਬੀਟੀਜ਼ ਦੀ ਹੈ। ਠੀਕ ਹੈ ਉਧਰ ਦੱਸੋ। ਅੱਛਾ ਸਭ ਤੋਂ ਵੱਡੀ ਪ੍ਰੋਬਲਮ ਹੈ ਡਾਇਬੀਟੀਜ਼ ਦੀ ਰਹੀ ਹੈ ਜੀ। ਇਸ ਨੂੰ ਹੋਏ ਮੈਨੂੰ 22 ਸਾਲ ਹੋ ਗਏ। 22 ਸਾਲ ਹੋ ਗਏ ਤਾਂ ਲੇਕਿਨ ਹਰਬਲ ਅਰਥ ਨਾਲ ਮੈਂ 1 ਸਾਲ ਤੋਂ ਜੁੜੀ ਹਾਂ। ਉਹਦੇ ਨਾਲ ਮੇਰੀਆਂ ਕਾਫੀ ਪ੍ਰੋਬਲਮਸ ਕਿਉਰ ਹੋ ਗਈਆਂ ਜੀ। ਤੇ ਇਹ ਜਿਹੜੀ ਡਾਇਬੀਟੀਜ਼ ਦੀ ਤੁਹਾਨੂੰ ਪ੍ਰੋਬਲਮ ਰਹੀ ਹੈਗੀ ਆ 22 ਸਾਲਾਂ ਤੋਂ ਇਹਨਾਂ ਦੀ ਤੁਸੀਂ ਕਿਹੜੀਆਂ ਮਤਲਬ ਕੋਈ ਆਪਣੀਆਂ ਮੈਡੀਸਨ ਜਾਂ ਕੋਈ ਟ੍ਰੀਟਮੈਂਟ ਕਿਹੜੇ ਇਦਾਂ ਦੇ ਲਏ ਹੈਗੇ ਆ ਜਿਨ੍ਹਾਂ ਨੇ ਤੇ ਕਿੰਨੀ ਤੁਹਾਡੀ ਇਹਦੀ ਰੀਡਿੰਗ ਰੈਗੂਲਰ ਰਹੀ ਆ ਅੱਜ ਤੋਂ ਪਹਿਲਾਂ? ਇਹਦੇ ਲਈ ਮੈਂ ਬਸ ਐਲੋਪੈਥੀ ਲਿੱਤੀ, ਹੋਰ ਤਾਂ ਕੁਛ ਨਹੀਂ ਲਿੱਤਾ ਪਹਿਲਾਂ। ਲੇਕਿਨ ਹਰਬਲ ਅਰਥ ਪਹਿਲੀ ਵਾਰ ਮੈਂ ਲਿੱਤੀ ਹੈਗੀ ਹੈ ਜਿਹੜੀ ਨੈਚੁਰੋਪੈਥੀ ਲਿੱਤੀ ਹੈ। ਹਾਂ ਇਸ ਤੋਂ ਪਹਿਲਾਂ ਐਲੋਪੈਥੀ ਹੀ ਰਹੀ ਹੈ। ਠੀਕ ਹੈ। ਰੀਡਿੰਗ ਖਾਣ ਪੀਣ ਦੇ ਹਿਸਾਬ ਨਾਲ ਵੱਧ ਵੀ ਬਹੁਤ ਜਾਂਦੀ ਸੀ ਤੇ ਜਦੋਂ ਕਾਫੀ ਦਵਾਈ ਵੀ ਖਾ ਲੈਂਦੇ ਸੀ ਤੇ ਕੁਝ ਹੋਰ ਵੀ ਇਦਾਂ ਦਾ ਖਾ ਲੈਂਦੇ ਸੀ ਜਿੰਨਾ ਘਟਦੀ ਸੀ ਤਾਂ ਕਾਫੀ ਘਟ ਵੀ ਜਾਂਦੀ ਸੀ ਲੇਕਿਨ ਸਟੇਬਲ ਨਹੀਂ ਸੀ ਬਿਲਕੁਲ ਵੀ। ਸਟੇਬਲ ਨਹੀਂ। ਖਾਲੀ ਪੇਟ ਤੁਹਾਡੀ ਕਿੰਨੀ ਰਹਿੰਦੀ ਸੀਗੀ? ਖਾਲੀ ਪੇਟ ਮੇਰੀ ਪਤਾ ਨਹੀਂ 170 80 ਜਾਂ 200 ਤੱਕ ਵੀ ਰਹਿੰਦੀ ਸੀ। ਠੀਕ ਹੈ। ਹਾਂ ਇਹ ਜਦੋਂ ਤੁਸੀਂ ਮੈਡੀਸਨ ਲੈਂਦੇ ਸੀਗੇ? ਹਾਂ ਮੈਡੀਸਨ ਲੈਂਦੇ ਸੀ। ਜੇ ਕਿਸੇ ਟਾਈਮ ਮੈਡੀਸਨ ਤੁਸੀਂ ਬੰਦ ਕਰਨ ਦੀ ਸੋਚਦੇ ਸੀ ਜਾਂ ਸੋਚਦੇ ਸੀ ਕਿ ਮੈਡੀਸਨ ਨਹੀਂ ਲੈਣੀ ਹੈਗੀ ਤਾਂ ਉਸ ਟਾਈਮ ਤੇ ਤੁਹਾਡੀ ਕੀ ਮਤਲਬ ਸਿਚੁਏਸ਼ਨ ਸੀਗੀ? ਮੈਂ ਕਦੀ ਮੈਡੀਸਨ ਮਤਲਬ ਤੁਸੀਂ ਸੋਚ ਨਹੀਂ ਸਕਦੇ? ਮੈਂ ਸੋਚ ਹੀ ਨਹੀਂ ਸਕਦੀ ਇਸ ਚੀਜ਼ ਦੇ ਬਾਰੇ ਮੈਂ ਕਿਹਾ ਬੰਦ ਕਰ ਬਿਲਕੁਲ ਮੈਂ ਕਦੀ ਸੋਚਿਆ ਹੀ ਨਹੀਂ ਵੀ ਮੈਂ ਮੈਡੀਸਨ ਬੰਦ ਕਰਨੀ ਹੈ। ਅੱਖਾਂ ਖੋਲ੍ਹਦੇ ਹੀ ਮੈਡੀਸਨ ਆ ਜਾਂਦੀ ਸੀ ਮੇਰੇ। ਤੇ ਖਾਣ ਤੋਂ ਬਾਅਦ ਜਿਹੜਾ ਫੂਡ ਹੈਗਾ ਜਦੋਂ ਤੁਸੀਂ ਆਪਣਾ ਬ੍ਰੇਕਫਾਸਟ ਕਰ ਲਿਆ ਜਾਂ ਲੰਚ ਕਰ ਲਿਆ ਉਸ ਤੋਂ ਬਾਅਦ ਜਿਹੜੀ ਟੈਬਲੇਟ ਲੈਂਦੇ ਸੀਗੇ ਤਾਂ ਉਸ ਤੋਂ ਬਾਅਦ ਕੀ ਰੀਡਿੰਗ ਰਹੀ ਹੈ ਤੁਹਾਡੀ? ਉਸ ਤੋਂ ਬਾਅਦ ਮੇਰੀ ਪੀਪੀ ਜਿਹੜੀ ਮੇਰੀ ਕਾਫੀ ਜ਼ਿਆਦਾ ਰਹਿੰਦੀ ਸੀ। ਠੀਕ ਹੈ। ਵੀ ਐਸਟੀਮੇਟ ਕਿੰਨਾ? ਐਸਟੀਮੇਟ 260 270 245 ਔਰ ਕਦੀ 170 ਵੀ ਹੋ ਜਾਂਦੀ ਸੀ। ਮਤਲਬ ਇਹ ਸੀ ਵਿਦ ਮੈਡੀਸਨ? ਵਿਦ ਮੈਡੀਸਨ। ਠੀਕ ਹੈ। ਤੇ ਜਦੋਂ ਤੁਸੀਂ ਸਾਡੇ ਨਾਲ ਜੁੜੇ ਹੈਗੇ ਨੈਚੁਰੋਪੈਥੀ ਦੇ ਵਿੱਚ ਤੁਹਾਨੂੰ ਮਤਲਬ ਕਿੱਦਾਂ ਇਹ ਪਤਾ ਲੱਗਾ ਕਿ ਹਾਂ ਕੋਈ ਤੁਸੀਂ ਕੈਂਪ ਆਰਗੇਨਾਈਜ਼ ਕੀਤੇ ਚਾਹੇ ਹੈਗੇ ਆ ਜਾਂ ਆਨਲਾਈਨ ਸਰਚਿੰਗ ਤੋਂ ਕਿੱਦਾਂ ਪਤਾ ਲੱਗਾ ਤੁਹਾਨੂੰ ਕਿ ਮੈਂ ਇਸ ਚੀਜ਼ ਨਾਲ ਜੁੜਨਾ ਹੈ ਜਾਂ ਕਿੱਦਾਂ ਮਨ ਚ ਆਇਆ ਤੁਹਾਡੇ? ਇਹ ਅਸੀਂ ਸਭ ਤੋਂ ਪਹਿਲਾਂ ਨੈਟ ਦੇ ਵਿੱਚ ਪੜ੍ਹਿਆ ਸੀਗਾ ਜਿਹੜਾ ਅੰਮ੍ਰਿਤਸਰ ਤੋਂ ਕਿਸੇ ਨੇ ਪਾਇਆ ਸੀ। ਠੀਕ ਹੈ। ਅਸੀਂ ਉੱਥੋਂ ਦੀ ਦੇਖਿਆ, ਉੱਥੋਂ ਪੜ੍ਹਿਆ ਮੈਂ। ਫਿਰ ਮੈਂ ਆਪਣੇ ਹਸਬੈਂਡ ਨਾਲ ਗੱਲ ਕੀਤੀ। ਇਹਨਾਂ ਨੇ ਕਿਹਾ ਵੀ ਕੋਈ ਨਹੀਂ ਸਭ ਪਤਾ ਕਰ ਦਿੰਦੇ ਆ ਕਿਤੋਂ ਦੇਖਦੇ ਆ। ਫਿਰ ਇੱਥੇ ਸਾਡੇ ਚੱਕੀ ਹੈ, ਇਹ ਚੱਕੀ ਤੇ ਆਟਾ ਲੈਣ ਗਏ ਤੇ ਉਸਨੂੰ ਪੁੱਛਿਆ ਵੀ ਤੁਹਾਡੇ ਕੋਲ ਇਹ ਚੀਜ਼ਾਂ ਹੈ ਉਧਰਾ ਕੰਗਣੀ ਵਗੈਰਾ? ਉਹ ਕਹਿੰਦਾ ਨਹੀਂ ਸਾਡੇ ਕੋਲ ਤਾਂ ਨਹੀਂ ਹੈ ਲੇਕਿਨ ਇੱਕ ਸਾਡੇ ਕੋਲ ਬੰਦਾ ਆਂਦਾ ਹੈ ਉਹ ਜਿਹੜਾ ਮਾਸਟਰ ਹੈ ਡੀਏਵੀ ਕਾਲਜ ਦੇ ਵਿੱਚ ਤੇ ਲੇਕਿਨ ਉਹ ਪਿਸਵਾ ਕੇ ਲੈ ਕੇ ਜਾਂਦਾ ਹੈ। ਠੀਕ ਹੈ। ਫਿਰ ਅਸੀਂ ਉਹ ਮਾਸਟਰ ਲੱਭਿਆ। ਉਹ ਫਰੈਂਡ ਹੀ ਸੀਗਾ ਲੇਕਿਨ ਪਤਾ ਨਹੀਂ ਸੀ ਮਾਸਟਰ ਕੌਣ ਹੈ। ਫਰੈਂਡ ਹੀ ਸੀਗਾ ਇਹਨਾਂ ਦਾ। ਉਸ ਤੋਂ ਪਤਾ ਕੀਤਾ ਫਿਰ ਉਸਨੇ ਤੁਹਾਡੇ ਨਾਲ ਠੀਕ ਹੈ। ਉਹ ਸਾਡੇ ਨਾਲ ਪਹਿਲਾਂ ਤੋਂ ਤੁਹਾਡੇ ਨਾਲ ਜੁੜੇ ਹੋਏ ਸੀਗੇ। ਹਾਂ ਉਹ ਵੀ ਲੈ ਰਹੇ ਉਸ ਤੋਂ ਬਾਅਦ ਤੁਸੀਂ ਕੰਟੈਕਟ ਕੀਤਾ ਸਾਲ ਪਹਿਲਾਂ ਅਸੀਂ ਉਹਦੇ ਕੋਲੋਂ ਹੀ ਮੰਗਵਾਇਆ ਵੀ ਸਾਨੂੰ ਲਿਆ ਦਿਓ ਤੇ ਉਸਨੇ ਫਿਰ ਕਿਹਾ ਵੀ ਨਹੀਂ ਚੇਤਨਾ ਇਸ ਤਰ੍ਹਾਂ ਕੋਈ ਨੰਬਰ ਹੈ ਦਿੱਤਾ ਸਾਨੂੰ ਵੀ ਉਹਦੇ ਨਾਲ ਗੱਲ ਕਰ ਲਓ ਤੇ ਫਿਰ ਤੁਸੀਂ ਸਾਨੂੰ ਦੱਸਿਆ ਵੀ ਇਹਦੇ ਨਾਲ ਹੋਰ ਵੀ ਡ੍ਰੌਪਸ ਵੀ ਲੈਣੀਆਂ ਹੈਗੀਆਂ ਤੇ ਕੁਝ ਹੋਰ ਲੈਣਾ ਹੈ। ਅਸੀਂ ਉਹ ਸਾਰਾ ਫੋਲੋ ਕੀਤਾ ਔਰ ਸਾਲ ਸਾਨੂੰ ਫੋਲੋ ਕਰਦਿਆਂ ਨੂੰ ਹੋ ਗਿਆ। ਠੀਕ ਹੈ। ਤੇ ਹੁਣ ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਹੈਗਾ ਤੁਸੀਂ ਜਦੋਂ ਦੇ ਨੈਚੁਰੋਪੈਥੀ ਨਾਲ ਜੁੜੇ ਆ ਜਾਂ ਕਹ ਲਓ ਸਾਡੇ ਨਾਲ ਜੁੜੇ ਆ ਪ੍ਰੋਪਰ ਸਾਡੀ ਗਾਈਡੈਂਸ ਤੁਸੀਂ ਫੋਲੋ ਕੀਤੀ ਹੈਗੀ ਆ ਰੈਗੂਲਰ ਤੁਸੀਂ ਹਰ ਚੀਜ਼ ਨੂੰ ਫੋਲੋ ਅਪ ਲੈ ਕੇ ਆਂਦਾ ਤੇ ਇਸ ਟਾਈਮ ਤੁਹਾਡੇ ਐਕਸਪੀਰੀਅੰਸ ਦੇ ਵਿੱਚ ਕੀ ਐਡ ਹੋਇਆ? ਕਿੰਨੀ ਤੁਹਾਡੀ ਸ਼ੂਗਰ ਦੀ ਰੀਡਿੰਗ ਆਣੀ ਸ਼ੁਰੂ ਹੋਈ? ਖਾਲੀ ਪੇਟ ਕੀ ਹੈਗੀ ਆ ਔਰ ਆਫਟਰ ਬ੍ਰੇਕਫਾਸਟ ਲੰਚ ਤੁਸੀਂ? ਖਾਲੀ ਪੇਟ 120 190 ਤੱਕ ਆ ਜਾਂਦਾ। ਠੀਕ ਹਾਂ। ਔਰ ਜਦੋਂ ਤੁਸੀਂ ਆਪਣਾ ਰੋਟੀ ਖਾਣ ਤੋਂ ਬਾਅਦ ਚੈੱਕ ਕਰਦੇ ਹੈਗੇ ਹੋ? ਤਾਂ ਘੱਟ ਹੀ ਚੈੱਕ ਕਰਦੇ ਲੇਕਿਨ ਜੇ ਕਿ ਚੈੱਕ ਕਰੋ ਫਿਰ ਵੀ ਕਿੰਨੀਆਂ ਸੀ
150 ਹਾਂ 145 150 ਮਤਲਬ ਅੱਗੇ ਦੀ ਰੀਡਿੰਗ ਨਾਲ ਤੁਹਾਨੂੰ ਹੁਣ ਹਾਂ, ਬਹੁਤ ਫਰਕ ਹੈ, ਇਸ ਚੀਜ਼ ਨੂੰ ਹਾਂ। ਫਰਕ ਹੈਗਾ ਬਿਲਕੁਲ, ਰੈਗੂਲਰ। ਬਿਲਕੁਲ, ਹਾਂ। ਤੇ ਤੁਸੀਂ ਮੈਨੂੰ ਇਹ ਦੱਸੋ ਤੁਹਾਡੀ ਰੋਜ਼ ਦੀ ਜਿਹੜੀ ਦਿਨਚਰਿਆ ਹੈਗੀ ਆ, ਡੇਲੀ ਰੂਟੀਨ ਆ, ਉਹ ਤੁਸੀਂ ਕਿੱਦਾਂ ਸਟਾਰਟ ਕਰਦੇ ਆ? ਸਾਨੂੰ ਬਾਕੀਆਂ ਨੂੰ ਦੱਸੋ ਤਾਂ ਕਿ ਇਸ ਚੀਜ਼ ਨੂੰ ਜਿਹੜੀ ਮੋਟੀਵੇਸ਼ਨ ਦੇ ਤਰੀਕੇ ਨਾਲ ਆਪਾਂ ਯੂਜ਼ ਕਰੀਏ, ਇੰਸਪੀਰੇਸ਼ਨ ਲੈਣ ਲੋਕੀ। ਦੱਸੋ ਉਹਨਾਂ ਨੂੰ ਕਿੱਦਾਂ ਤੁਸੀਂ ਆਪਣੀ ਜਿਹੜੀ ਰੂਟੀਨ ਸ਼ੁਰੂ ਕਰਦੇ? ਪਹਿਲਾਂ ਜਦੋਂ ਸਵੇਰੇ ਉੱਠਦੇ ਆ, ਜੀ ਸਭ ਤੋਂ ਪਹਿਲਾਂ ਅੱਧਾ ਲੀਟਰ ਤੋਂ ਪੌਣਾ ਲੀਟਰ ਦੇ ਵਿੱਚ ਅਸੀਂ ਕੋਸਾ ਜਿਹਾ ਪਾਣੀ ਪੀ ਲੈਂਦੇ ਹਾਂ। ਠੀਕ। ਉਸ ਤੋਂ ਬਾਅਦ ਇੱਕ ਸਾਡੀ ਟੈਬਲੇਟ ਹੈਗੀ ਹੈ ਥਾਇਰਾਇਡ ਥਾਇਰਾਇਡ ਦੀ, ਹੂੰ। ਉਹ ਖਾਣੀ ਹੁੰਦੀ ਹੈ। ਠੀਕ ਹੈ। ਤੇ ਉਸ ਤੋਂ ਬਾਅਦ ਅਸੀਂ ਫਿਰ ਆਪਣਾ ਡ੍ਰੌਪਸ ਜਿਹੜੀਆਂ ਹੁੰਦੀਆਂ ਖਾਲੀ ਪੇਟ ਪੀਣੀਆਂ ਹੁੰਦੀਆਂ, ਉਹ 10-10 ਮਿੰਟ ਦੇ ਗੈਪ ਤੇ ਦੋਨੋਂ ਡ੍ਰੌਪਸ, ਸ਼ੂਗਰ ਵਾਲੀ ਔਰ ਡਾਇਟੋਨ ਤੇ ਆਪਣੇ ਕੇਅਰ ਹਰਬਲ ਕੇਅਰ, ਇਹ 10-10 ਮਿੰਟ ਦੇ ਉਸ ਤੋਂ ਪੀਂਦੇ ਆ। ਗਲੂਟਨ ਫ੍ਰੀ ਜਿਹੜੇ ਬਿਸਕਿਟਸ ਹੈ ਉਹ ਲੈ ਲੈਂਦੇ ਆ ਹਰਬਲ ਟੀ ਦੇ ਨਾਲ। ਠੀਕ ਹੈ। ਤੇ ਹੋਰ ਤੁਸੀਂ ਈਵਨਿੰਗ ਦੇ ਵਿੱਚ ਅਗਰ ਤੁਹਾਨੂੰ, ਜਿਵੇਂ ਕਿ ਸਾਨੂੰ ਕਈ ਇੱਦਾਂ ਦੇ ਹੋਰ ਵੀ ਕੁਐਰੀਜ਼ ਆਉਂਦੀਆਂ ਕਿ ਈਵਨਿੰਗ 'ਚ ਭੁੱਖ ਲੱਗਦੀ ਆ ਸਾਨੂੰ ਕਈ ਵਾਰ ਐਡੀਸ਼ਨਲ, ਜੇ ਕੁਝ ਖਾਣਾ ਉਹਦੀ ਜਗ੍ਹਾ ਤੁਸੀਂ ਕੁਕੀਜ਼ ਤੇ ਹਰਬਲ ਟੀ ਲੈ ਲੈਂਦੇ ਹੋ। ਬਿਲਕੁਲ, ਤੇ ਉਹਦੇ ਵਿੱਚ ਤੁਸੀਂ ਮਖਾਣੇ ਐਡ ਕਰ ਸਕਦੇ ਆ, ਸਪਰਾਊਟਸ ਐਡ ਕਰ ਸਕਦੇ ਹਾਂ, ਸਪਰਾਊਟਸ ਅਸੀਂ ਬਣਾਉਂਦੇ ਆ, ਖਾਣੇ ਵੀ ਸਾਡੇ ਬੰਦ ਹੈਗੇ ਆ, ਅਸੀਂ ਖਾਂਦੇ ਰਹਿੰਦੇ ਆ। ਨਹੀਂ, ਬਹੁਤ ਵਧੀਆ। ਹਾਂ। ਔਰ ਈਵਨਿੰਗ ਦੇ ਵਿੱਚ ਤੁਸੀਂ ਮੈਨੂੰ ਇਹ ਦੱਸੋ, ਸੈਰ ਵਗੈਰਾ ਤੁਹਾਡੀ ਰੂਟੀਨ ਹੈਗੀ ਆ? ਬਿਲਕੁਲ ਰੂਟੀਨ ਹੈ ਜੀ। ਪੂਰੇ 6:30 ਵਜੇ ਘਰ ਤੋਂ ਬਾਹਰ ਨਿਕਲ ਜਾਈਦਾ ਹੈ, ਠੀਕ ਹੈ। 7:30 ਵਜੇ ਤੋਂ ਬਾਅਦ ਹੀ ਘਰ ਆ ਕੇ ਬੈਠਦੇ। ਠੀਕ ਹਾਂ। ਹੈ। Regular। Regular। ਕੋਈ ਤੁਸੀਂ ਆਪਣੀ ਮਾਰਨਿੰਗ 'ਚ ਐਕਸਰਸਾਈਜ਼, ਯੋਗਾ ਜਾਂ ਕੁਛ ਏਦਾਂ ਪਾਰਟ ਸ਼ੇਅਰ ਕਰਨਾ ਚਾਹੁੰਦੇ ਹੋ? ਨਹੀਂ, ਮੈਂ ਮਾਰਨਿੰਗ ਦੇ ਵਿੱਚ ਮੈਂ ਕੁਝ ਜੁਆਇਨ ਨਹੀਂ ਕੀਤਾ ਹੋਇਆ, ਠੀਕ। ਲੇਕਿਨ ਬਾਹਰ ਨੂੰ ਲਾ ਲਈਦੀ ਕਦੀ। ਠੀਕ ਹੈ। ਹਾਂ। ਵਾਕ ਤਾਂ ਕਰੇ ਮਾਰਨਿੰਗ ਵਾਕ ਕਰ ਲੈਂਦੇ ਆ, ਅੰਦਰ ਹੀ ਕਰ ਲੈਂਦੇ ਆ। ਇਵਨਿੰਗ ਤਾਂ ਬਾਹਰ ਜਾਂਦੇ, ਲੇਕਿਨ ਮਾਰਨਿੰਗ ਅਸੀਂ ਅੰਦਰ ਹੀ ਵਾਕ ਕਰ ਲੈਂਦੇ ਘਰ। ਨਹੀਂ, ਬਹੁਤ ਹਾਂ। ਵਧੀਆ, ਠੀਕ ਹੈ ਜੀ। ਔਰ ਮੈਨੂੰ ਇਹ ਦੱਸੋ ਕਿ ਕੁਝ ਸਾਡੇ ਹੋਰ ਕੁਐਰੀਜ਼ ਆ ਜਿਹੜੀਆਂ ਮੈਂ ਤੁਹਾਡੇ ਨਾਲ ਹਾਂਜੀ। ਸ਼ੇਅਰ ਕਰਨਾ ਚਾਹੁੰਦੀ, ਤੁਸੀਂ ਜ਼ਰੂਰ ਆਪਣਾ ਸੁਜੈਸ਼ਨ ਦਿਓ। ਕਿ ਜਿਵੇਂ ਕਿ ਹੁਣ ਆਪਾਂ ਮਿਲਟਸ ਦੀ ਰੋਟੀ ਬਣਾਉਂਦੇ ਆ, ਹਾਂਜੀ। ਠੀਕ ਹੈ, ਤੁਸੀਂ ਕੋਈ ਇਦਾਂ ਦਾ ਮੈਥਡ ਜਿਹੜਾ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਕਿ ਹਾਂ ਇਹ ਮੈਥਡ ਨਾਲ ਤੁਸੀਂ ਰੋਟੀ ਬਣਾਓ ਤਾਂ ਬਹੁਤ ਸੌਫਟ ਬਣੂਗੀ? ਕਿਉਂਕਿ ਭੁਪਿੰਦਰ ਜੀ ਦੀ ਜਿਹੜੀ ਰੋਟੀ ਦੀ ਪ੍ਰੈਪਰੇਸ਼ਨ ਆ ਬਹੁਤ ਜ਼ਿਆਦਾ ਸੌਫਟ ਹੈ। ਮੇਰੇ ਕੋਲ ਕਈ ਕੁਐਰੀਜ਼ ਆਉਂਦੀਆਂ ਹੈ ਕਿ ਜਿਹੜੀ ਸਾਡੀ ਰੋਟੀ ਆ ਸੌਫਟ ਨਹੀਂ ਬਣਦੀ, ਲੇਕਿਨ ਭੁਪਿੰਦਰ ਜੀ ਤੁਹਾਨੂੰ ਆਪਣਾ ਮੈਥਡ ਸ਼ੇਅਰ ਕਰੂਗੇ, ਹੋਪ ਤੁਹਾਨੂੰ ਉਹਦੇ ਵਿੱਚ ਹੈਲਪ ਮਿਲੂਗੀ। ਹਾਂਜੀ, ਦੱਸੋ। ਰੋਟੀ ਦਾ ਪਾਣੀ ਗਰਮ ਰੱਖ ਦਿੰਦੇ ਆ, ਠੀਕ। ਉਹਦੇ ਵਿੱਚ ਜਿੰਨਾ ਆਟਾ ਲੈਣਾ ਉਨਾ ਹੀ ਪਾਣੀ ਰੱਖੀਦਾ ਹੈ। ਠੀਕ। ਉਸ ਨੂੰ ਥੋੜਾ ਜਿਹਾ ਮੈਂ ਜ਼ਿਆਦਾ ਪਾ ਲੈਂਦੀ ਹਾਂ ਪਾਣੀ, ਠੀਕ। ਉਹਦੇ ਵਿੱਚ ਫਿਰ ਥੋੜਾ ਘਿਓ ਜਾਂ ਜੋ ਵੀ ਆਇਲ ਦਾ ਵਾਰੀ ਹੁੰਦੀ ਹੈ ਨਾ, ਠੀਕ। ਉਹੀ ਪਾ ਲੈਂਦੇ। ਉਹਦੇ ਵਿੱਚ 1 ਚਮਚ ਤੋਂ ਵੀ 1.5 ਚਮਚ ਹੀ ਪਾ ਲੈਂਦੇ ਆ। ਠੀਕ। ਫਿਰ ਪਾਣੀ ਉਬਲਣ ਲੱਗ ਜਾਂਦਾ ਹੈ ਤੇ ਉਸ ਦੇ ਵਿੱਚ ਆਟਾ ਪਾ ਕੇ ਉਹਨੂੰ ਅੱਛੀ ਤਰ੍ਹਾਂ ਘੋਲ ਕੇ ਤੇ ਫਿਰ ਉਸ ਨੂੰ ਉਤਾਰ ਕੇ ਰੱਖ ਦਿੰਦੇ ਆ। ਜੀ। ਥੋੜੀ ਦੇਰ ਪਿਆ ਰਹਿੰਦਾ, ਜਦੋਂ ਥੋੜਾ ਜਿਹਾ ਠੰਡਾ ਹੁੰਦਾ, ਹੱਥ ਲੱਗਣ ਵਾਲਾ ਹੋ ਜਾਂਦਾ ਹੈ ਤੇ ਫਿਰ ਅਸੀਂ ਉਹਨੂੰ ਪਰਾਤ 'ਚ ਪਾ ਕੇ ਤਾਂ ਮਸਲ ਕੇ ਗੁੰਨ ਕੇ ਤਾਂ ਫਿਰ ਉਹਦੀ ਰੋਟੀ ਜਿੱਦਾਂ ਮਰਜ਼ੀ ਬਣਾਓ ਬਣ ਜਾਂਦੀ ਹੈ ਔਰ ਸੌਫਟ ਬਣਦੀ ਹੈ। ਠੀਕ। ਹਾਂ। ਔਰ ਜਿਹੜੇ ਅਗਰ ਤੁਸੀਂ ਰੋਟੀਆਂ ਵੇਲਣ ਵਗੈਰਾ ਯੂਜ਼ ਕਰਦੇ ਹੈਗੇ ਆ ਜਾਂ ਨਾਰਮਲ ਮੱਕੀ ਦੀ ਰੋਟੀ ਦੇ ਤਰੀਕੇ ਨਾਲ ਬਣਾਉਂਦੇ ਆ? ਕਿਉਂਕਿ ਕਈਆਂ ਨੂੰ ਇਹ ਦਿੱਕਤ, ਮੈਂ ਤੁਹਾਡਾ ਸ਼ੇਅਰ ਕਰ ਰਹੀ ਹਾਂ, ਕਈਆਂ ਨੂੰ ਇਹ ਦਿੱਕਤ ਆਉਂਦੀ ਆ, ਉਹਨਾਂ ਨੂੰ ਲੱਗਦਾ ਕਿ ਰੋਟੀ ਚਿਪਕੀ ਹੋਈ ਬਣਦੀ ਆ ਜਾਂ ਟੇਢੀ ਬਣਦੀ ਆ ਜਾਂ ਮੋਟੀ ਬਣਦੀ ਆ। ਇਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨਹੀਂ, ਨਾ ਮੋਟੀ ਬਣਦੀ ਨਾ ਟੇਢੀ ਬਣਦੀ ਆ, ਬੇਲੇ ਨਾਲ ਬਣਾਈਦੀ ਹੈ ਔਰ ਸੁੱਕਾ ਆਟਾ ਉਸ ਨੂੰ ਲਗਾ ਲਈਦਾ ਹੈ। ਥੋੜਾ ਜਿਹਾ ਉੱਪਰ ਪਾ ਲੈਂਦੇ, ਫਿਰ ਦੇਖ ਲਓ ਜਿਸ ਤਰ੍ਹਾਂ ਮਰਜ਼ੀ ਮਿਲ ਜਾਂਦੀ ਹੈ। ਪਹਿਲਾਂ ਤਾਂ ਨਹੀਂ ਮਿਲਦੀ ਸੀ, ਲੇਕਿਨ ਹੁਣ ਮਿਲ ਜਾਂਦੀ ਹੈ। ਠੀਕ ਹੈ। ਨਾਰਮਲ ਸਿਮ ਤੇ ਇਹਦੀ ਪ੍ਰੈਪਰੇਸ਼ਨ ਕਰੂੰਗੇ ਤਾਂ ਬਹੁਤ ਜ਼ਿਆਦਾ ਸੌਫਟ ਜਿਹੜੀ ਰੋਟੀ ਆ ਬਣਦੀ ਹੈ। ਮੀਡੀਅਮ ਤੇ ਜਾਂ ਸਿਮ ਤੇ। ਅਗਰ ਹਾਈ ਫਲੇਮ ਤੇ ਬਣਾਉਂਗੇ ਉਹ ਜਲ ਜਾਂਦੀ ਹੈ, ਨਹੀਂ ਸਾਡੀ ਸਹੀ ਨਹੀਂ ਬਣਦੀ। ਠੀਕ ਹੈ। ਤੇ ਅੱਜ ਦਾ ਜਿਹੜਾ ਇਹਨਾਂ ਦਾ ਐਕਸਪੀਰੀਅੰਸ ਹੈ ਸਾਡੇ ਨਾਲ ਇਹਨਾਂ ਨੇ ਸ਼ੇਅਰ ਕੀਤਾ ਆ, ਜਿਹੜੀਆਂ ਇਹ ਡ੍ਰੌਪਸ ਲੈ ਰਹੇ ਹੈਗੇ ਆ ਨਾਲ ਹਰਬਲ ਡਾਇਟੋ ਕੇਅਰ ਔਰ ਹਰਬਲ ਕੇਅਰ ਯੂ, ਇਹਨਾਂ ਨੇ ਇਹਨਾਂ ਦੀ ਬਹੁਤ ਸਾਰੀਆਂ ਪ੍ਰੋਬਲਮਸ ਨੂੰ ਸੋਲਵ ਕੀਤਾ ਹੈ, ਜਿਵੇਂ ਕਿ ਬੀਪੀ ਔਰ ਜਿਹੜੀ ਡਾਇਬਟੀਜ਼ ਆ। ਹੌਲੀ ਹੌਲੀ ਕਰਕੇ ਜਿਹੜੇ ਇਹਨਾਂ ਦੇ ਸਟੀਰੋਇਡਸ ਆ ਬੋਡੀ 'ਚੋਂ ਜਿਹੜੀ ਐਡਿਕਸ਼ਨ ਆ ਆਪਾਂ ਉਹ ਹੌਲੀ ਹੌਲੀ ਕਰਕੇ ਜਿਹੜਾ ਹੈ ਕੱਟ ਕਰਵਾ ਰਹੇ ਆ ਔਰ ਇਹਨਾਂ ਨੂੰ ਹੁਣ ਤੱਕ ਸਾਡੇ ਆਪਣਾ ਐਕਸਪੀਰੀਅੰਸ ਟੋਟਲੀ ਸ਼ੇਅਰ ਕਰ ਚੁੱਕੇ ਆ ਤੇ ਤੁਹਾਨੂੰ ਕੁਝ ਸੁਜੈਸ਼ਨ ਵੀ ਦੱਸੇ ਹੈਗੇ ਆ। ਉਹ ਤੁਹਾਨੂੰ ਇਸ ਚੀਜ਼ ਨੂੰ ਜਿਹੜਾ ਆ ਹੈਲਪ ਮਿਲੂਗੀ ਤੇ ਆਪਾਂ ਭੁਪਿੰਦਰ ਜੱਸੀ ਜੀ ਦਾ ਥੈਂਕ ਯੂ ਕਰਦੇ ਆ। ਥੈਂਕ ਯੂ ਮੈਮ। ਵੈਲਕਮ ਬੈਕ। ਅੱਜ ਸਾਡੇ ਨਾਲ ਡਾਕਟਰ ਰਾਮਲੂ ਪਾਇਆ ਜੀ ਹੈ, ਜਿਨ੍ਹਾਂ ਨੇ PhD ਕੀਤੀ ਆ ਇਨ ਹਿਊਮਨ ਬਿਹੇਵੀਅਰ ਚੇਂਜ ਦੇ ਵਿੱਚ।
ਤੇ ਅੱਜ ਸਾਡੇ ਨਾਲ ਇੱਕ ਬਹੁਤ ਹੀ ਐਕਸਪੀਰੀਅੰਸ ਪਰਸਨੈਲਿਟੀ ਜਿਹੜੀ ਜੁੜੀ ਆ ਦਾ ਹਰਬਲ ਅਰਥ ਦੇ ਨਾਲ, ਨੈਚੁਰੋਪੈਥੀ ਦੇ ਨਾਲ। ਇਹ ਵੀ ਸਾਡੀ ਇੱਕ ਫੈਮਿਲੀ ਦਾ ਹਿੱਸਾ ਹੈ ਔਰ ਇਹਨਾਂ ਦੀ ਉਮਰ ਹੈ 69 ਔਰ ਇਹਨਾਂ ਦੇ ਬਹੁਤ ਸਾਰਾ ਜਿਹੜਾ ਐਕਸਪੀਰੀਅੰਸ ਹੈਗਾ ਆ ਇਹ ਸਾਡੇ ਨਾਲ ਸ਼ੇਅਰ ਕਰੂਗੇ। ਹੋਪ ਤੁਹਾਨੂੰ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ, ਲਿਸਨਰਸ ਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਕੁਝ ਸਿੱਖਣ ਨੂੰ ਵੀ ਮਿਲੂਗਾ। ਤੇ ਅੱਜ ਦੀ ਜਿਹੜੀ ਗੱਲਬਾਤ ਆ ਉਹਦਾ ਇਹ ਹੈਗਾ ਕਿ ਜਿਵੇਂ ਕਿ ਆਪਾਂ ਰੈਗੂਲਰ ਇਹ ਗੱਲਬਾਤ ਕਰਦੇ ਆ ਕਿ ਨੈਚੁਰੋਪੈਥੀ ਦੇ ਵਿੱਚ ਜੁੜਨ ਨਾਲ ਆਪਣੇ ਲਾਈਫ ਸਟਾਈਲ ਨੂੰ ਕਿਵੇਂ ਚੇਂਜ ਕੀਤਾ ਜਾਵੇ, ਆਪਣੀ ਡਾਈਟ ਨੂੰ ਕਿਵੇਂ ਚੇਂਜ ਕੀਤਾ ਜਾਵੇ, ਕਿਵੇਂ ਉਹਦੀ ਆਪਾਂ ਪਾਲਣਾ ਕਰੀਏ, ਕਿਵੇਂ ਉਹਦਾ ਇੱਕ ਰੂਲ ਬਣਾਈਏ ਕਿ ਰੈਗੂਲਰ ਉਹ ਸਾਨੂੰ ਜਿਹੜੇ ਆ ਇੱਕ ਨਿਯਮਿਤ ਤੌਰ ਤੇ ਉਹ ਸਾਡੀ ਜਿਹੜੇ ਜ਼ਿੰਦਗੀ ਦਾ ਹਿੱਸਾ ਬਣ ਜਾਣ। ਤੇ ਇਹ ਚੀਜ਼ਾਂ ਅਸੀਂ ਰੂਲਸ ਦੇ ਮੁਤਾਬਿਕ ਚੱਲਦੇ ਵੀ ਹਾਂ, ਬਟ ਫਿਰ ਵੀ ਬਹੁਤ ਸਾਰੀਆਂ ਚੀਜ਼ਾਂ ਅਸੀਂ ਮਿਸ ਕਰ ਜਾਂਦੇ ਹਾਂ। ਤੇ ਇਸ ਕਰਕੇ ਅੱਜ ਸਾਡੇ ਨਾਲ ਐਕਸਪੀਰੀਅੰਸ ਡਾਕਟਰ ਰਾਮ ਲੁਬਾਇਆ ਜੀ ਜੁੜੇ ਆ ਤੇ ਆਪਾਂ ਇਹਨਾਂ ਤੋਂ ਸੁਣਦੇ ਹਾਂ ਕਿ ਇਹਨਾਂ ਦੇ ਕੀ ਐਕਸਪੀਰੀਅੰਸ ਆ ਔਰ ਰੈਗੂਲਰ ਇਹ ਆਪਣੀ ਰੂਟੀਨ ਕਿਵੇਂ ਸ਼ੁਰੂ ਕਰਦੇ ਆ, ਕੀ ਇਹਨਾਂ ਦੇ ਆਪਣੀ ਜ਼ਿੰਦਗੀ 'ਚ ਲਾਈਫ ਸਟਾਈਲ 'ਚ ਇੱਦਾਂ ਦਾ ਚੇਂਜਿਸ ਲਿਆਏ ਆ ਕਿ ਇਹਨਾਂ ਨੇ ਬਹੁਤ ਸਾਰੀਆਂ ਅਚੀਵਮੈਂਟਸ ਕੀਤੀਆਂ ਹੈਗੀਆਂ ਆਪਣੇ ਹੈਲਥ ਨਾਲ ਰਿਲੇਟਿਡ, ਆਪਣੀ ਲਾਈਫ ਨਾਲ ਰਿਲੇਟਿਡ। ਤੇ ਵੈਲਕਮ ਡਾਕਟਰ ਰਾਮ ਲੁਬਾਇਆ ਜੀ। ਤੁਸੀਂ ਪਲੀਜ਼ ਸਾਰਿਆਂ ਨੂੰ ਦੱਸੋ ਕਿਵੇਂ ਤੁਹਾਡੀ ਜਿਹੜੀ ਡੇਲੀ ਰੂਟੀਨ ਆ ਸਟਾਰਟ ਹੁੰਦੀ ਆ, ਕਿਵੇਂ ਤੁਸੀਂ ਯੋਗਾ, ਐਕਸਰਸਾਈਜ਼, ਕਿਵੇਂ ਇਹ ਸਾਰਾ ਜਿਹੜਾ ਇਹਦੀ ਪਾਲਣਾ ਕਰਦੇ ਹੋ? ਚੇਤਨ, ਸਭ ਤੋਂ ਸਵੇਰੇ ਪਹਿਲਾਂ ਜਿਸ ਵੇਲੇ ਮੈਂ ਉੱਠਦਾ ਬਿਸਤਰੇ ਨੂੰ ਛੱਡ ਕੇ ਜਦੋਂ ਮੈਂ ਬਾਹਰ ਆ ਜਾਂਦਾ ਤੇ ਸਭ ਤੋਂ ਪਹਿਲਾਂ ਮੈਂ ਵਾਰਮ ਵਾਟਰ, ਲਿਕੁਇਡ ਵਾਟਰ ਕਾਉਂਟ 1.5 ਗਲਾਸ ਡੇਲੀ ਪੀਣਾ, ਲਗਭਗ 1.5 ਲੀਟਰ ਪਾਣੀ। ਉਸ ਤੋਂ ਬਾਅਦ ਫਿਰ ਥਾਇਰੋਇਡ ਦੀ ਗੋਲੀ ਜਿਹੜੀ ਇੱਕ ਉਹ ਮੈਂ ਖਾ ਲੈਂਦਾ। ਮੈਂ ਥਾਇਰੋਇਡ ਪੇਸ਼ੈਂਟ ਵੀ ਹਾਂ ਤੇ ਜਿਹੜੀ ਡਾਇਬਟੀਜ਼ ਆ ਮੈਨੂੰ ਉਹ ਘੱਟ ਤੋਂ ਘੱਟ ਕੋਈ 10-11 ਸਾਲ ਹੋ ਗਏ ਆ। ਦਵਾਈਆਂ ਬਹੁਤ ਜ਼ਿਆਦਾ ਖਾਧੀਆਂ, ਲੇਕਿਨ ਅਸੀਂ ਆਹਿਸਤਾ ਆਹਿਸਤਾ ਹੁਣ ਸੋਚਿਆ ਕਿ ਅਸੀਂ ਆਪਣੇ ਲਾਈਫ ਸਟਾਈਲ ਨੂੰ ਕਿਉਂ ਨਾ ਚੇਂਜ ਕਰੀਏ। ਤੇ ਉਸ ਤੋਂ ਪਾਣੀ ਪੀਣ ਤੋਂ ਬਾਅਦ ਥਾਇਰੋਇਡ ਦੀ ਗੋਲੀ ਖਾ ਲਈ। ਉਸ ਤੋਂ ਬਾਅਦ ਹੀ ਮੈਂ ਬਾਹਰ ਆਪਣੇ ਪਾਰਕ ਜਿਹੜਾ ਆਪਣਾ ਮੇਰਾ ਪਰਸਨਲ ਜਿਹੜਾ ਘਰ ਦਾ ਮੇਰਾ ਪਾਰਕ, ਉੱਥੇ ਮੈਂ ਨਿਕਲ ਜਾਂਦਾ, ਥੋੜ੍ਹਾ ਘੁੰਮਦਾ ਰਹਿੰਦਾ ਹੈਗਾ। ਫਿਰ ਉਸ ਤੋਂ ਬਾਅਦ ਅੱਧਾ ਤੋਂ ਪੌਣਾ ਘੰਟਾ ਮੈਂ ਡੇਲੀ ਪਹਿਲੇ ਵਾਕ ਕਰਨੀ ਹੈ ਆਪਣੀ, ਨੋਰਮਲ ਵਾਕ, ਕੋਈ ਬ੍ਰਿਸਕ ਵਾਕ ਨਹੀਂ ਹੁੰਦੀ ਮਾਰਨਿੰਗ, ਬਿਲਕੁਲ ਨੋਰਮਲ ਵਾਕ। ਉਸ ਤੋਂ ਬਾਅਦ ਫਿਰ ਮੈਂ ਪ੍ਰਾਣਾਯਾਮ ਕਰਨਾ ਔਰ ਯੋਗਾ ਤੋਂ ਬਾਅਦ ਮੈਂ ਪ੍ਰਾਣਾਯਾਮ ਕਰਦਾ। ਪ੍ਰਾਣਾਯਾਮ ਦੇ ਵਿੱਚ ਮੇਨ ਜਿਹੜਾ ਮੇਰਾ ਕਪਾਲਭਾਤੀ ਹੈਗੀ ਆ, ਅਲੋਮ ਵਿਲੋਮ ਔਰ ਭ੍ਰਾਮਰੀ ਔਰ ਜਿਹੜਾ ਆਪਣੇ ਬਾਕੀ ਸ਼ੂਗਰ ਦਾ ਰਿਲੇਟਡ ਜਿਹੜੇ ਵੀ ਯੋਗ ਆ ਉਹ ਕਰਨੇ ਮੈਂ ਸ਼ੁਰੂ ਕਰ ਦਿੰਦਾ। ਤੇ ਉਹ ਮੇਰੇ ਯੋਗ ਦਾ ਜਿਹੜਾ ਮੇਰਾ ਟਾਈਮ ਆ ਕੋਈ 30 ਤੋਂ 35 ਮਿੰਟ ਡੇਲੀ ਹੁੰਦਾ। ਡੇਲੀ ਸੋ ਘੱਟ ਨਹੀਂ, 12 ਸਾਲ ਘੱਟ ਨਹੀਂ ਸਕਦਾ। ਉਸ ਤੋਂ ਬਾਅਦ ਟਾਈਮ ਕਾਫੀ ਹੋ ਜਾਂਦਾ ਫਿਰ ਤੇ ਅਸੀਂ ਫਿਰ ਆਪਣੇ ਪਾਰਕ ਦੇ ਵਿੱਚੋਂ ਹਰਬਲ ਜਿਹੜੀ ਹਰਬਲ ਟੀ ਆਪਣੇ ਇੰਟਰੋਡਿਊਸ ਕਰਦੇ ਆ, ਲੈਂਦੇ ਆ। ਲੇਕਿਨ ਹਰਬਲ ਟੀ ਤੋਂ ਪਹਿਲਾਂ ਮੇਰੇ ਘਰ ਇਨਸੂਲਿਨ ਪਲਾਂਟ ਲੱਗੇ ਆ। ਉਹਦੇ ਮੈਂ 5 ਲੀਵਸ ਨਾ ਡੇਲੀ ਗਰਮ ਪਾਣੀ ਨਾਲ ਲੈਣਾ, without any naga, without any stoppage, without any pause। ਮੇਰਾ ਕੰਮ ਹੈ ਕਿ 5 ਪੱਤੇ ਜਿਹੜੇ ਹੈਗੇ ਆ ਇਨਸੂਲਿਨ ਪਲਾਂਟ ਦੇ ਖਾਣੇ ਆ। ਉਸ ਤੋਂ ਬਾਅਦ ਥੋੜ੍ਹੀ ਰੈਸਟ ਮਾਰਦੇ ਆ। ਰੈਸਟ ਮਾਰਨ ਤੋਂ ਬਾਅਦ ਫਿਰ ਚਾਹ ਦਾ ਹਰਬਲ ਟੀ ਵਿੱਚ ਅਸੀਂ ਲੈਮਨ ਗ੍ਰਾਸ, ਦੂਸਰਾ ਸਾਡੇ ਕੋਲ ਹੈ ਨਿਆਏ ਭੋਜ, ਤੀਸਰਾ ਸਾਡੇ ਕੋਲ ਹੈ ਤੁਲਸੀ ਤੇ ਚੌਥਾ ਸਾਡੇ ਕੋਲ ਹੈਗੀ ਆ ਮੇਥੀ ਨਿੰਮ। ਇਹਨਾਂ ਦਾ ਬਣਾ ਕੇ ਔਰ ਇਹਦੇ ਨਾਲ ਹੀ ਵਿੱਚ ਅਸੀਂ ਇੱਕ ਬਹੁਤ ਇੰਪੋਰਟੈਂਟ ਜਿਹੜੀ ਹੈਗੀ ਆ ਮਤਲਬ ਕਿ ਮਸਾਲਾ ਜਿਹਨੂੰ ਸਿੰਚੋਨਾ ਕਹਿੰਦੇ ਆ, ਜਾਣੀ ਕਿ ਚੋਨਾ ਹੋਏ ਦੀ मतलब कि कैलोरी रिलेटेड है ना वो है ना। ठीक है, मैं तो दे हर्ब्स। हाँ तो वो ਜਿਹੜੀ ਹੈ ਸਿੰਚੋਨਾ ਜਿਹੜੀ ਨਾ ਇੰਗਲਿਸ਼ ਨੇਮ ਹੈ ਤੇ ਉਹ ਵੀ ਇਸ ਵਿੱਚ ਚਾਹ ਦੇ ਬਣਦੇ ਕਿਉਂਕਿ ਉਹਦਾ ਵੀ ਡਾਇਬਟੀਜ਼ ਦੇ ਉੱਤੇ ਬਹੁਤ ਵਧੀਆ ਕੰਟਰੋਲ ਹੁੰਦਾ। ਤੇ ਇਹ ਫਿਰ ਚਾਹ ਦਾ ਕੱਪ ਇੱਕ ਪੀਣਾ ਸੀ। ਉਸ ਤੋਂ ਬਾਅਦ ਫਿਰ ਥੋੜਾ ਆਰਾਮ ਕਰਨਾ ਤੇ ਪੂਜਾ ਰੂਮ ਚਲੇ ਜਾਣਾ। ਫਿਰ ਉਸ ਤੋਂ ਬਾਅਦ ਥੋੜਾ ਉਹ ਕੰਮ ਸ਼ਾਮ ਕਰਨਾ ਆਪਣੇ ਘਰ ਤੇ ਪਰਸਨਲ ਜਿਹੜਾ ਹੁੰਦਾ। ਉਸ ਤੋਂ ਬਾਅਦ ਫਿਰ ਅਸੀਂ ਆਪਣੇ
ਜਦੋਂ ਇੱਕ ਘੰਟੇ ਅੱਧੇ ਪੌਣੇ ਘੰਟੇ ਬਾਅਦ ਫਿਰ ਮੈਡੀਸਿਨ ਆਪਣੀਆਂ ਲੈਣੀਆਂ ਸ਼ੁਰੂ ਕਰਨੀਆਂ, ਕਿਉਂਕਿ ਜਿਹੜੀ ਮੈਡੀਸਿਨ ਅਸੀਂ ਲੈਣੀ ਆ, ਮੈਂ ਸਭ ਤੋਂ ਪਹਿਲਾਂ ਸਵੇਰੇ ਮਧੂ ਮਿਹਾਰੀ ਦਾ 1 ਚਮਚ ਲੈਂਦਾ ਡੇਲੀ। ਪਹਿਲਾਂ ਮੈਂ 1.5 ਚਮਚ ਲੈਂਦਾ ਸੀ, ਕਿਉਂਕਿ ਹੁਣ ਸ਼ੂਗਰ ਮੇਰੀ ਬਹੁਤ ਕਾਫੀ ਕੰਟਰੋਲ ਹੋ ਗਈ ਆ, ਤੇ ਮੈਂ 1 ਚਮਚ ਉਹਦਾ ਲੈਂਦਾ, ਤੇ ਇੱਕ ਗੋਲੀ ਮੈਂ ਖਾਂਦਾ ਜਿਹੜੀ ਹੈਗੀ ਆ ਗੈਸ ਦੀ, ਔਰ ਨਾਲ ਹੀ ਜਿਹੜੀ ਅੱਧੀ ਗੋਲੀ ਮੈਂ ਇੱਕ ਗੋਲੀ ਖਾਂਦਾ ਜਿਹੜੀ ਕਿ ਕਪੈਸਿਟੀ ਆ 0.5। ਉਹਦੇ ਵਾਸਤੇ ਮੈਂ ਦੱਸਾਂ ਕਿ ਜਿਉਂ ਮੈਂ ਇਹ ਚੀਜ਼ਾਂ ਸਾਰੀਆਂ ਇੰਟਰੋਡਿਊਸ ਕੀਤੀਆਂ ਆਪਣੀ ਲਾਈਫ ਦੇ ਵਿੱਚ, ਤੇ ਮੇਰੀ ਜਿਹੜੀ ਸ਼ੂਗਰ ਆ ਨਾ ਉਹ ਕੰਟਰੋਲ 'ਚ ਹੋਣੀ ਸ਼ੁਰੂ ਹੋ ਗਈ। ਤੇ ਲਾਈਫ ਸਟਾਈਲ ਚੇਂਜ ਕਰਨ ਦੇ ਨਾਲ ਹੀ ਮੇਰੀ ਸ਼ੂਗਰ ਜਿਹੜੀ ਆ ਕੰਟਰੋਲ ਹੋਈ ਆ, ਕਿਉਂਕਿ ਜੇ ਤੁਸੀਂ ਆਪਣਾ ਲਾਈਫ ਸਟਾਈਲ ਨਹੀਂ ਚੇਂਜ ਕਰੋਗੇ, ਖਾਣ ਪਾਣ ਤੁਸੀਂ ਆਪਣੇ 'ਤੇ ਕੰਟਰੋਲ ਨਹੀਂ ਕਰੋਗੇ, ਤਾਂ ਫਿਰ ਤੁਹਾਡੀ ਸ਼ੂਗਰ ਕੰਟਰੋਲ ਨਹੀਂ ਹੋ ਸਕਦੀ। ਮੈਂ ਤੁਹਾਨੂੰ ਦੱਸਦਾ ਕਿ ਮੇਰੇ ਕੋਲ ਸਭ ਤੋਂ ਪਹਿਲਾਂ ਜੋਰਲ M2 ਟੇਬਲੇਟ ਮੈਂ ਲੈਂਦਾ ਸੀ, M2 ਫੋਰਟ, ਉਸ ਤੋਂ ਬਾਅਦ M2 ਆ ਗਿਆ, ਉਸ ਤੋਂ ਬਾਅਦ M1 ਹੋ ਗਿਆ। ਹੁਣ ਜਿਹੜੀ ਲੇਟੈਸਟ ਮੈਂ ਟੇਬਲੇਟ ਲੈ ਰਿਹਾ ਸ਼ੂਗਰ ਦੀ ਪਹਿਲੇ 0.5, ਇੰਨੀ ਮੈਂ ਪ੍ਰੋਗਰੈਸ ਕੀਤੀ ਹੈਗੀ ਆ। ਤੇ ਲੇਕਿਨ ਖਾਣੇ ਵਿੱਚ ਅਸੀਂ ਸਿੰਪਲ ਖਾਣਾ ਖਾਂਦੇ ਆ, ਕੋਈ ਤੇਲ ਵਗੈਰਾ ਜਿਹੜੇ ਹੈਗੇ ਆ ਉਹ ਘੱਟ ਯੂਜ਼ ਕਰਦੇ ਆ, ਤੇ ਬਾਕੀ ਕੋਧਰਾ ਵਗੈਰਾ ਜੇ ਮੈਡਮ ਦੇ ਨਾਲ ਵੀ ਅਸੀਂ ਇਹਨੂੰ ਕਰਦੇ, ਕਈ ਵਾਰ ਨਹੀਂ ਰੋਟੀ ਬਣਦੀ ਤੇ ਕਦੇ ਕੋਧਰਾ ਹੀ ਖਾ ਲਓ, ਤਾਂ ਕੋਧਰਾ ਚਾਹੇ ਕੰਗਣੀ ਹੋਏ ਚਾਹੇ ਸਾਗ ਹੋਏ, ਰੈਗੂਲਰ ਮਿਲਟਸ ਦਾ ਜਿਹੜਾ ਹਾਂ ਇੱਕ ਟਾਈਮ ਮੈਂ ਖਾਣਾ ਹੀ ਖਾਣਾ, ਰੈਗੂਲਰ ਮਿਲਟ ਵੀ ਖਾਣਾ। ਅਗਰ ਕੋਈ ਪ੍ਰੋਬਲਮ ਨਹੀਂ ਵੀ ਹੈਗੀ, ਤੁਹਾਡੀ ਫੈਮਿਲੀ ਮਿਲਟਸ ਨੂੰ ਕੰਜ਼ਿਊਮ ਕਰਦੀ, ਤਾਂ ਤੁਸੀਂ ਵੀ ਇੱਕ ਟਾਈਮ ਜਿਹਨਾਂ ਨੂੰ ਕੁਝ ਨਹੀਂ ਵੀ ਹੈਗਾ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰ ਸਕਦੇ ਆ। ਬਿਲਕੁਲ ਕਰ ਸਕਦੇ ਆ। ਕੋਈ ਤੁਹਾਡੀ ਇੰਨੇ ਟਾਈਮ ਦੇ ਜਿਹੜਾ ਐਕਸਪੀਰੀਅੰਸ ਆ, ਜਿਹਦੇ ਵਿੱਚ ਤੁਸੀਂ ਕੁਝ ਮੈਡੀਸਿਨਸ ਤੇ ਵੀ ਸਰਚ ਕੀਤੀ ਹੈਗੀ ਆ, ਤੇ ਤੁਹਾਨੂੰ ਕੀ ਲੱਗਦਾ ਹੈ ਕਿ ਸਟੀਰੋਇਡਸ ਨੂੰ ਆਪਾਂ ਆਪਣੀ ਜ਼ਿੰਦਗੀ 'ਚ ਕਿਵੇਂ ਹਟਾ ਸਕਦੇ ਹਾਂ? ਮੈਡਮ, ਸਟੀਰੋਇਡ ਜਿਹੜੀ ਹੈਗੀ ਆ ਇਹ ਤੁਹਾਡੀ ਲਾਈਫ ਨੂੰ ਘੱਟ ਕਰਦੀ ਹੈ ਜੀ। ਇਹ ਤੁਹਾਡੇ ਬੋਡੀ ਦੇ ਉੱਤੇ ਬੈਡ ਇਫੈਕਟ ਪੈਂਦਾ ਹੈ। ਜਿੰਨਾ ਤੁਸੀਂ ਕੋਸ਼ਿਸ਼ ਕਰੋ ਕਿ ਤੁਹਾਡੀਆਂ ਜਿਹੜੀਆਂ ਐਲੋਪੈਥੀ ਮੈਡੀਸਿਨ ਆ ਉਹਨਾਂ ਨੂੰ ਜਿੰਨਾ ਤੁਸੀਂ ਘੱਟ ਕਰੋਗੇ, ਉਨਾ ਹੀ ਤੁਹਾਡਾ ਪੇਸ਼ੈਂਟ ਦਾ ਫਾਇਦਾ ਹੋਊਗਾ। ਜੇ ਤੁਸੀਂ ਖਾ ਲਓ ਇਹ ਗੋਲੀ, ਠੀਕ ਹੋ ਜਾਓਗੇ, ਫਿਰ ਅਕਸਰ ਜਿਹੜਾ ਹੋਊਗਾ ਦੂਜੇ ਦਿਨ ਫਿਰ ਘਟ ਜਾਊਗਾ, ਫਿਰ ਵੱਧ ਜਾਊਗਾ। ਜਿਹੜਾ ਮਤਲਬ ਨੈਚੁਰੋਪੈਥੀ ਆ, ਜਾਂ ਤੁਸੀਂ ਜਿਹੜੇ ਅਸੀਂ ਹਰਬਲ ਚੀਜ਼ਾਂ ਖਾਂਦੇ ਆ, ਇਹਦਾ ਇਫੈਕਟ ਤਾਂ ਆਹਿਸਤਾ ਹੁੰਦਾ, ਲੇਕਿਨ ਇਹਦੇ ਲਾਸਟਿੰਗ ਇਫੈਕਟ ਬਹੁਤ ਆ ਜੀ। ਇੰਨਾ ਕੋਈ ਨੁਕਸਾਨ ਨਹੀਂ ਹੈ, ਕੋਈ ਸਾਈਡ ਇਫੈਕਟ ਨਹੀਂ ਹੈ। ਸਭ ਤੋਂ ਪਲੱਸ ਪੁਆਇੰਟ ਹਾਂ। ਤੇ ਦੁਪਹਿਰ ਤੋਂ ਬਾਅਦ ਫਿਰ ਸ਼ਾਮ ਹੋ ਜਾਂਦੀ ਆ, 1 ਘੰਟਾ ਮੇਰਾ ਹੁੰਦਾ ਡੇਲੀ ਸੈਰ ਕਰਨੀ। ਠੀਕ ਹੈ। ਇੱਕ ਡੇਲੀ ਸੈਰ ਨਾਰਮਲ, ਸ਼ਾਮ ਨੂੰ ਫਿਰ ਉਹੀ ਹਰਬਲ ਟੀ ਲੈ ਲਓ, ਉਸ ਤੋਂ ਬਾਅਦ ਕੋਈ ਬਿਸਕੁਟ ਜਿਹੜੇ ਗਲੂਟਨ ਜਿਹੜਾ ਘੱਟ ਹੋਵੇ, ਗਲੂਕੋਜ਼ ਵਾਲੇ ਬਿਸਕੁਟ ਜਿਹਦੇ ਵਿੱਚ ਗਲੂਟਨ ਫ੍ਰੀ ਹੋਵੇ, ਜਾਂ ਜਿਹਦੇ ਸ਼ੂਗਰ ਦਾ ਕੰਟੈਂਟ ਹੀ ਨਾ ਹੋਣ, ਇਸ ਤਰ੍ਹਾਂ ਦੇ ਆਟੇ ਦੇ ਬਿਸਕੁਟ ਖਾ ਲਓ ਤੁਸੀਂ। ਆਟੇ ਦੇ ਵੀ ਲੈ ਸਕਦੇ ਆ। ਔਰ ਤੁਹਾਨੂੰ ਸਾਰਿਆਂ ਨੂੰ ਪਤਾ, ਜਿਹਨਾਂ ਨਹੀਂ ਪਤਾ ਉਹਨਾਂ ਨੂੰ ਵੀ ਮੈਂ ਦੱਸ ਦਵਾਂ ਕਿ ਮਿਲਟ ਦੀਆਂ ਕੁਕੀਜ਼ ਵੀ ਰੈਗੂਲਰ ਰੈਡੀ ਹੁੰਦੀਆਂ ਹੈਗੀਆਂ, ਤੇ ਉਹ ਗਲੂਟਨ ਫ੍ਰੀ ਆ, ਤੇ ਤੁਸੀਂ ਜ਼ਰੂਰ ਉਹਨਾਂ ਚੀਜ਼ਾਂ ਨੂੰ ਕੰਜ਼ਿਊਮ ਕਰੋ। ਡੇਅਰੀ ਪ੍ਰੋਡਕਟਸ, ਬਾਹਰਲੇ ਫ੍ਰੀਜ਼ਰ ਜਿਹੜੇ ਸਾਡੇ ਆਪਣੇ ਪੈਕੇਜ ਫੂਡ ਹੈਗੇ ਆ, ਪ੍ਰੋਸੈਸਡ ਫੂਡ ਆ, ਇਹਨਾਂ ਨੂੰ ਬਿਲਕੁਲ ਨਹੀਂ ਲੈਣਾ। ਇਹਨਾਂ ਦੀ ਜਗ੍ਹਾ ਤੇ ਕੁਕੀਜ਼ ਨੂੰ ਲਓ, ਠੀਕ ਹੈ। ਅਗਰ ਤੁਹਾਨੂੰ ਐਡੀਸ਼ਨਲ ਭੁੱਖ ਲੱਗਦੀ ਹੈ ਤਾਂ ਤੁਸੀਂ ਇਹ ਚੀਜ਼ਾਂ ਲੈ ਸਕਦੇ ਹੋ। ਜੇ ਤੱਕ ਮੈਡਮ ਫੂਡ ਆਊਟਸਾਈਡ ਦੀ ਰੈਜ਼ੀਡੈਂਸ ਕਿਚਨ ਜੀ ਸਾਡਾ 100% ਹੈ ਕਿ ਅਸੀਂ ਕੋਈ ਬਾਹਰ ਦੀ ਚੀਜ਼ ਨਹੀਂ ਖਾਂਦੇ। ਬਿਲਕੁਲ ਠੀਕ ਹੈ। ਜਿਹੜਾ ਵੀ ਅਸੀਂ ਕੋਈ ਚੀਜ਼ ਖਾਂਦੇ ਆ ਉਹ ਸਾਡੇ ਕਿਚਨ 'ਚ ਪ੍ਰਪੇਅਰ ਹੁੰਦੀ ਹੈ। ਬਿਲਕੁਲ ਕੋਈ ਜੰਕ ਫੂਡ ਸਾਡੇ ਘਰ ਵਿੱਚ ਨਹੀਂ ਆਉਂਦਾ। ਠੀਕ ਹੈ। ਅਸੀਂ ਉਹਦਾ ਬਿਲਕੁਲ ਛੁਟਕਾਰਾ ਪਾ ਕੇ ਰੱਖਿਆ ਹੈ। ਤੇ ਉਹਦੇ ਨਾਲ ਹੀ ਆ ਕਿ ਸ਼ਾਮ ਨੂੰ ਵੀ ਅਸੀਂ ਇਸੇ ਤਰ੍ਹਾਂ ਫਿਰ ਚਾਹ ਵਗੈਰਾ ਪੀਤੀ, ਘੁੰਮੇ ਫਿਰੇ, ਕੋਈ ਗੈਸਟ ਆ ਗਿਆ, ਕੋਈ ਮਿਲਣ ਆ ਗਿਆ, ਫਿਰ 8 ਵਜੇ ਅਸੀਂ ਦਵਾਈ ਜਿਹੜੀ ਆ ਖਾ ਲੈਂਦੇ ਹਾਂ, ਰੈਗੂਲਰ ਦਵਾਈ ਲੈਂਦੇ ਹਾਂ। ਔਰ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਰੋਟੀ ਖਾ ਲਈਦੀ ਆ। ਰੋਟੀ ਖਾਣ ਤੋਂ ਬਾਅਦ ਫਿਰ ਥੋੜਾ ਵਾਕ ਕਰੀਦੀ ਆ, ਕੋਈ ਕਮ ਸੇ ਕਮ ਵੀ 10-15 ਮਿੰਟ ਫਿਰ ਵਾਕ ਕਰਨੀ ਹੈ ਬਿਫੋਰ ਗੋਇੰਗ ਟੂ ਦਾ ਬੈਡ। ਠੀਕ। ਔਰ ਇਹਨਾਂ ਜਿਹੜੀ ਤੁਹਾਡੀ ਮੈਡੀਸਨ ਆ, ਹੁਣ ਤੱਕ ਤੁਸੀਂ ਕਿੰਨਾ ਇਹਦਾ ਜਿਹੜੀ ਕੰਜ਼ੰਪਸ਼ਨ ਆ ਘੱਟ ਕਰ ਚੁੱਕੇ ਹੋ? ਮੈਂ ਕਾਫੀ ਘੱਟ ਕਰ ਚੁੱਕਾ। ਜਿਹੜਾ ਮੇਰਾ ਹਾਲ ਆ ਕਿ ਇਸ ਵਾਰ ਮੇਰੀ 7 ਪੁਆਇੰਟ ਕੁਝ ਸੀ ਔਰ 5 ਪੁਆਇੰਟ ਕੁਝ ਤੇ ਪਹੁੰਚ ਗਈ H1C, ਬਿਗੇਸਟ ਅਚੀਵਮੈਂਟ। ਔਰ ਹੋ ਸਕਦਾ ਕਿ ਮੇਰੀ ਜਿਹੜੀ ਗੋਲੀ ਅੱਧੀ ਕੀਤੀ ਆ ਉਹਨੇ, ਡਾਕਟਰ ਨੇ ਜਿਹੜੀ ਜੋਰਲ
ਡੋਰਲ ਜਿਹੜੀ ਆ 0.5 ਕੀਤੀ ਆ, ਹੋ ਸਕਦਾ 0.5 ਵਾਲੀ ਘਟਾ ਦੇਵੇ, ਤੇ ਮੇਰੀ ਦੂਸਰੀ ਜਿਹੜੀ ਹੈ ਆਪਣੀ ਮੈਡੀਸਿਨ ਉਹ ਘਟਾ ਦੇਵੇ ਜਾਂ ਘੱਟ ਕਰ ਦੇਵੇ। ਉਹ ਸਵੇਰੇ ਉਹ ਇੱਕ ਟਾਈਮ ਕਰ ਦਊਗਾ, ਸਵੇਰੇ ਸ਼ਾਮੀ ਖਾਣਾ ਮੈਂ ਗੈਲਵਸਮੈਟ, ਉਹ ਕਹੂਗਾ ਨਹੀਂ ਜੀ ਇੱਕ ਟਾਈਮ ਖਾਓ ਤੁਸੀਂ ਜੀ। ਤੇ ਅਸੀਂ ਸਾਡਾ ਇੱਕ ਅਸੂਲ ਆ ਕਿ 3 ਮਹੀਨੇ ਬਾਅਦ ਅਸੀਂ ਬੋਡੀ ਦੇ ਪੂਰੇ ਟੈਸਟ ਕਰਵਾ ਕੇ ਡਾਕਟਰ ਨੂੰ ਸਲਾਹ ਦੇ। ਬਿਲਕੁਲ ਠੀਕ ਹੈ। ਜਿਹੜਾ ਮਤਲਬ ਕਿ ਤੁਸੀਂ ਕਿਸੇ ਆਪਣੇ ਸਟੀਰੋਇਡ ਨੂੰ ਆਪਣੀ ਬਾਡੀ ਲਈ ਐਡਿਕਸ਼ਨ ਨਹੀਂ ਬਣਾਇਆ ਹੈਗਾ। ਹਾਂਜੀ, ਨਹੀਂ। ਮਤਲਬ ਇਹ ਨਹੀਂ ਹੈ ਕਿ ਆਪਾਂ ਇੱਕਦਮ ਕੋਈ ਵੀ ਸਟੀਰੋਇਡ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹੈ ਕਿ ਆਪਾਂ ਇੱਕਦਮ ਸਟੀਰੋਇਡ ਜਿਹੜੇ ਆ ਬੰਦ ਨਹੀਂ ਕਰ ਸਕਦੇ। ਹੌਲੀ ਹੌਲੀ ਆਪਣੀ ਬਾਡੀ ਨੂੰ ਜਿਹੜੀ ਉਹਦੀ ਐਡਿਕਸ਼ਨ ਲੱਗੀ ਆ ਵਿਦ ਦਾ ਇਨਵੋਲਵਮੈਂਟ ਆਫ ਨੇਚਰ, ਨੈਚੁਰੋਪੈਥੀ ਨੂੰ ਇਨਵੋਲਵ ਕਰਕੇ, ਨੇਚਰ ਨੂੰ ਇਨਵੋਲਵ ਕਰਕੇ ਹੌਲੀ ਹੌਲੀ ਸਟੀਰੋਇਡਸ ਨੂੰ ਆਪਣੇ ਜਿਹੜੇ ਆ ਆਪਣੀ ਐਡਿਕਸ਼ਨ ਨੂੰ ਖਤਮ ਕਰਨਾ ਹੈ। ਤੇ ਇੱਕ ਚੀਜ਼ ਹੋਰ ਤੁਸੀਂ ਪਲੀਜ਼ ਨੋਟ ਕਰੋ ਕਿ ਜਿਹੜੀ ਵੀ ਤੁਸੀਂ ਮੈਡੀਸਨ ਲੈਂਦੇ ਹੈਗੇ ਹੋ, ਚਾਹੇ ਉਹ ਡਾਇਬਟੀਜ਼ ਦੀ ਆ, ਤੇ ਉਹਦੇ ਵਿੱਚ ਜਿਹੜੀ ਆ ਉਹਨਾਂ ਤੁਹਾਡੀ ਡਾਇਬਟੀਜ਼ ਕੰਟਰੋਲ ਨਹੀਂ ਆਉਂਦੀ। ਇਹ ਬਹੁਤ ਵੱਡਾ ਜਿਹੜਾ ਤੁਹਾਡਾ ਮਾਈਂਡ ਦੇ ਵਿੱਚ ਇਹ ਚੀਜ਼ ਹੈਗੀ ਆ ਕਿ ਸ਼ਾਇਦ ਡਾਇਬਟੀਜ਼ ਦੀ ਗੋਲੀ ਖਾਣ ਨਾਲ ਡਾਇਬਟੀਜ਼ ਸਹੀ ਹੁੰਦੀ ਆ। ਸਾਡੇ ਸਿਰਫ ਬਲੱਡ ਲੈਵਲ ਦੇ ਵਿੱਚੋਂ ਉਹਦੀ ਰੀਡਿੰਗ ਵਾਸਤੇ ਜਿਹੜੇ ਆ ਉਸ ਟਾਈਮ ਜਿਹੜੀ ਉਹਦੀ ਰੀਡਿੰਗ ਨਾਰਮਲ ਆਵੇ, ਉਹ ਸਿਰਫ ਉਹਦਾ ਉਨਾ ਕੁ ਕੰਮ ਹੈ ਉਸ ਮੈਡੀਸਨ ਦਾ। ਬਾਕੀ ਉਹਦਾ ਬਾਡੀ 'ਚ ਕੋਈ ਕੰਮ ਨਹੀਂ ਹੈਗਾ ਸਿਵਾਏ ਤੁਹਾਨੂੰ ਬਾਡੀ ਦੇ ਆਰਗਨਸ ਨੂੰ ਨੁਕਸਾਨ ਦੇਣ ਤੋਂ। ਤਾਂ ਬੈਟਰ ਇਹ ਆ ਕਿ ਆਪਣੇ ਜੀਵਨ ਦੇ ਵਿੱਚ ਜਿਹੜਾ ਆ ਹਰਬਲ ਚੀਜ਼ਾਂ ਨੂੰ ਅਪਣਾਓ, ਨੈਚੁਰੋਪੈਥੀ ਨਾਲ ਜੁੜੋ, ਵੱਧ ਤੋਂ ਵੱਧ ਇੱਥੇ ਸਰਚ ਕਰੋ, ਇਨਫੋਰਮੇਸ਼ਨਸ ਲਓ, ਔਰ ਬਹੁਤ ਸਾਰੇ ਵੈਬੀਨਾਰਸ ਔਰ ਸੈਮੀਨਾਰਸ ਅਸੀਂ ਲਗਾਉਂਦੇ ਹੈਗੇ ਆ। ਵੱਧ ਤੋਂ ਵੱਧ ਇਹਨਾਂ ਚੀਜ਼ਾਂ ਨਾਲ ਜੁੜੋ, ਇਨਫੋਰਮੇਸ਼ਨ ਲਓ। ਤੇ ਤੁਸੀਂ ਜਿਵੇਂ ਦੱਸਿਆ ਹੈਗਾ ਹੈ ਕਿ ਪਾਰਕ ਤੁਹਾਡੇ ਆਪਣੀ ਹੈਗੀ ਆ, ਗਾਰਡਨ ਤੁਸੀਂ ਖੁਦ ਪਲਾਂਟਸ ਲਗਾਏ ਹੈਗੇ ਆ, ਤੇ ਤੁਸੀਂ ਅਗਰ ਦਿਖਾਣਾ ਚਾਹੋ ਸਾਡੇ ਲਿਸਨਰਸ ਨੂੰ ਤਾਂ ਆਪਾਂ ਜਿਹੜੇ ਦੇਖਣ ਵਾਲੇ ਹੈਗੇ, ਸੁਣਨ ਵਾਲੇ ਆ, ਤੇ ਆਪਾਂ ਉਹਨਾਂ ਨੂੰ ਠੀਕ ਹੈ ਦਿਖਾਵਾਂਗੇ। ਖਾਲੀ ਕਲਾਸ ਹੈਗਾ ਔਰ ਇਹ ਚਾਹ ਵਿੱਚ ਕੰਮ ਹੁੰਦਾ, ਇਹ ਨਿਆਏ ਪੂਜਾ ਇਹ ਵੀ ਸਾਡਾ ਚਾਹ ਦੇ ਵਿੱਚ ਕੰਮ ਹੁੰਦਾ। ਇਹ ਸਾਡੀ ਹੈਗੀ ਆ ਮਿੱਠੀ ਨਿੰਮ, ਇਹ ਵੀ ਚਾਹ ਦੀ ਕੰਮ ਆਉਂਦੀ ਆ। ਔਰ ਇਸ ਤੋਂ ਬਾਅਦ ਇੱਧਰਲੇ ਪਾਸੇ ਸਾਡੇ ਕੋਲ ਲੱਗੀ ਆ ਤੁਲਸੀ। ਇਹ ਸਾਰੀਆਂ ਹਰਬਲ ਜਿਹੜੀਆਂ ਨੇ ਹਰਬਲ ਟੀ ਦੇ ਵਿੱਚ ਕੰਮ ਆਉਂਦੀਆਂ ਸਾਡੇ। ਠੀਕ ਹੈ। ਔਰ ਜਿਸ ਵੇਲੇ ਤੱਕ ਤੁਹਾਡਾ ਬਿਲ ਪਾਵਰ ਔਰ ਸਟਰੋਂਗ ਡਿਟਰਮੀਨੇਸ਼ਨ ਨਹੀਂ ਹੁੰਦਾ ਨਾ, ਤੁਸੀਂ ਕਿਸੇ ਵੀ ਬਿਮਾਰੀ ਨੂੰ ਕੰਟਰੋਲ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਮੈਂ ਰਹੇ ਸਾਡੇ ਚਾਹ ਕਮਾਉਂਦਾ, ਇਹ ਮੈਂ ਤੁਹਾਨੂੰ ਦਿਖਾਦਾ। ਮੇਰੇ ਕੋਲ ਇਹ ਹੈ ਇੰਸੂਲਿਨ ਪਲਾਂਟ। ਇੰਸੂਲਿਨ ਪਲਾਂਟ ਆ, ਇਹ ਸ਼ੂਗਰ ਵਾਸਤੇ ਰਾਮਬਾਣ ਆ, ਔਰ ਇਹਦੇ 5 ਪੱਤੇ ਆਦਮੀ ਡੇਲੀ ਖਾਵੇ ਮਾਰਨਿੰਗ ਖਾਲੀ ਪੇਟ, ਤੇ ਉਹਦਾ ਸ਼ੂਗਰ ਲੈਵਲ ਜਿਹੜਾ ਆਹਿਸਤਾ ਆਹਿਸਤਾ 100% ਕੰਟਰੋਲ ਹੋਇਆ। ਇਹ ਵੀ ਇੰਸੂਲਿਨ ਪਲਾਂਟ ਹੈ, ਔਰ ਇਹ ਵੀ ਸਾਡੇ ਕੋਲ ਇੰਸੂਲਿਨ ਪਲਾਂਟ ਹੀ ਲੱਗਾ ਹੈ। ਇਸ ਤੋਂ ਬਾਅਦ ਵੀ ਸਾਡੇ ਇੰਸੂਲਿਨ ਪਲਾਂਟ। ਠੀਕ।